हर मोड़ पर गुरु मार्गदर्शक होते हैं, रास्ता दिखाते हैं, चाहे वो दुनियावी सफर हो या मोक्ष मुक्ति मार्ग हो। नमस्कार, आप देख रहे हैं सिटी वेब न्यूज। मैं हूं आपके साथ प्रीति चंद्रा। सबसे पहले आप सभी को राधा स्वामी सत्संग व्यास के प्रमुख गुरु संत बाबा गुरिंदर सिंह ढिल्लों जी ने सवाल जवाब सत्र में संगत द्वारा किए गए अनेक सवालों जैसे माता पिता की सेवा, परमार्थ प्रेम, भजन सिमरन से मिलने वाली शांति, अनेकों सवाल बाबा जी से किए। बाबा जी ने जवाब देते हुए क्या कहा, देखिए। अब तक सेवा सत्संग जाने के बाद हम सब भटक क्यों जाते हैं? क्योंकि मन बहुत हावी है बेटा। अब मन के ऊपर प्रभाव पड़े हुए हैं, जन्मों जन्मों के पीछे प्रभाव हैं बेटा। अब भजन सिमरन इसलिए करना है कि उन प्रभावों से उनको हम हटा सकें, मगर उनके नीचे ही दबे रहेंगे तो बेटा फिर गलत काम तो होगा ही ना। रोज़ भजन सिमरन करेंगे, ऐसा वातावरण बनेगा तो वो प्रभाव हटते जाएंगे, मन हल्का होता जाएगा बेटा। अंदर से और ताकत मिलेगी कि हम इन चीज़ों का सामना कर सकें। बाबा जी, एक रिक्वेस्ट है कि इस नालायक बना देना कि अपने माँ बाप की सेवा कर सकूं। बेटा ये देखो, माँ बाप बेटा सिर्फ प्रेम और प्यार चाहते हैं, और अगर आप प्रेम और प्यार दोगे बेटा, माँ बाप पैसा पूसा नहीं चाहते। वो चाहते हैं कि बच्चे खुश रहें और प्रेम और प्यार से उनके साथ बर्ताव करें बेटा। अपने चरण चलाई रखी। बाबा जी, मैंने ना हजूर तो नामदान लिया ਸੀ। ਉਹਨਾਂ ਤੋਂ ਬਾਅਦ ਫਿਰ ਨਾ ਮੈਂ ਤੁਹਾਨੂੰ ਕਹਿੰਦੀ ਸੀ ਮੇਰੇ ਵੀਰ ਜੀ ਨੇ ਮੈਨੂੰ ਮਾਫ ਕਰਨਾ ਇਸ ਗਲਤੀ ਦੀ। ਕਿਉਂ ਬੇਟਾ, ਮੈਨੂੰ ਕੀ ਫਰਕ ਪੈਂਦਾ ਹੈਗਾ? ਤੁਸੀਂ ਜੋ ਮਰਜ਼ੀ ਕਹੋ, ਮੈਨੂੰ ਨਹੀਂ ਫਰਕ ਪੈਂਦਾ। ਬੀਬੀਆਂ ਮੇਰੇ ਤੇ ਹੱਸਦੀਆਂ ਸੀ, ਕਹਿੰਦੇ ਹਜੂਰ ਬਾਬਾ ਜੀ ਨੇ ਆਪਣਾ ਭਰਾ ਬਣਾ ਲਿਆ ਤਾਂ। ਹਾਂ ਤਾਂ ਕੀ ਫਰਕ ਪੈਂਦਾ ਬੇਟਾ? ਆਪਾਂ ਭਰਾ ਬਣਾਈਏ, ਪਿਓ ਬਣਾਈਏ, ਜੋ ਮਰਜ਼ੀ ਬਣਾਈਏ, ਰਿਸ਼ਤਾ ਤਾਂ ਜੋੜੀਏ ਨਾ। ਮਕਸਦ ਤਾਂ ਰਿਸ਼ਤੇ ਦਾ ਹੈ। ਹੁਣ ਰਿਸ਼ਤੇ ਨੂੰ ਜੋ ਮਰਜ਼ੀ ਨਾਮ ਦੇ ਦਿਓ ਤੁਸੀਂ ਬੇਟਾ। ਇਹ ਸਾਡੇ ਨਾਮ ਦੇਣ ਦੇ ਨਾਲ ਨਹੀਂ ਰਿਸ਼ਤਾ ਬਦਲਣਾ। ਸ਼ੁਰੂ ਤੋਂ ਬੇਟਾ ਉਹੀ ਹੁੰਦਾ ਹੈਗਾ, ਠੀਕ ਹੈ ਨਾ। ਸ਼ੁਰੂ ਤੋਂ ਜਦੋਂ ਆਪਾਂ ਰਿਸ਼ਤਾ ਜੋੜਦੇ ਹਾਂ, ਜਿਵੇਂ ਕੋਈ ਯਾਰ ਦੋਸਤ ਹੈ, ਫਿਰ ਜਿਵੇਂ ਭੈਣ ਭਰਾ ਹੈ, ਥੋੜ੍ਹਾ ਜਿਹਾ ਅੱਗੇ ਵਧਾਂਗੇ ਮਾਂ ਬਾਪ ਦਾ ਹੋ ਜਾਊਗਾ। ਇਹ ਤਾਂ ਬੜਾ ਉੱਤੇ ਜਾ ਕੇ ਕਿਤੇ ਗੁਰੂ ਅਰਸ਼ਿਸ਼ ਦਾ ਰਿਸ਼ਤਾ ਬਣਦਾ ਹੈ। ਇਹ ਸਾਡੇ ਕਹਿਣ ਦੇ ਨਾਲ ਨਹੀਂ ਕੁਛ ਹੋਣ ਲੱਗਾ। ਜਦ ਤੁਸੀਂ ਦਰਸ਼ਨ ਦੇਣ ਆਉਂਦੇ ਹੋ ਨਾ ਜੀ, ਅੱਖਾਂ 'ਤੇ ਦਿਲ ਐਨ ਠਰ ਜਾਂਦਾ ਹੈਗਾ। ਖੁਸ਼ੀ ਐਨੀ ਹੁੰਦੀ ਹੈ, ਮਤਲਬ ਕੋਈ ਚੀਜ਼ 'ਚ ਇੰਨੀ ਖੁਸ਼ੀ ਨਹੀਂ ਮਿਲਦੀ। ਹਜਮ ਕਰੋ ਫਿਰ। ਬਾਬਾ ਜੀ ਮੇਰਾ ਪਹਿਲਾ ਪ੍ਰਸ਼ਨ ਇਹ ਹੈ ਕਿ ਕਈ ਵਾਰ ਮੈਂ ਭਜਨ ਕਰਦਾ ਹਾਂ ਨਾ, ਤਾਂ ਸੌਣ ਤੋਂ ਬਾਅਦ ਮੈਨੂੰ ਸੁਪਨੇ ਬੁਰੇ ਆਉਂਦੇ ਆ, ਅਤੇ ਕਈ ਵਾਰ ਨਹੀਂ ਕਰਦਾ ਤਾਂ ਸੌਣ ਤੋਂ ਉਸ ਟਾਈਮ ਨਹੀਂ ਆਉਂਦੇ। ਤਾਂ ਇਹਦੇ 'ਚ ਕਿਆ ਪ੍ਰੋਬਲਮ ਕਿਆ ਆ ਰਹੀ ਹੈ ਬੇਟਾ? ਸੁਪਨੇ ਕਿੱਥੋਂ ਆਉਂਦੇ ਆ? ਜਿਹੜੇ ਮਨ ਦੇ ਉੱਤੇ ਪ੍ਰਭਾਵ ਪਏਗਾ ਹੈ ਨਾ, ਸੋ ਉਹ ਹੁਣ ਮਾਲਿਕ ਨੇ ਕਿਸੇ ਨਾ ਕਿਸੇ ਤਰ੍ਹਾਂ ਸਾਫ਼ ਕਰਨੇ ਆ, ਤੁਹਾਡੇ ਮਨ 'ਚੋਂ ਕੱਢਣੇ ਆ। ਤਾਂ ਕਈ ਵਾਰੀ ਸੁਪਨਿਆਂ ਦੇ ਜ਼ਰੀਏ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੱਢਦਾ ਜਾਂਦਾ ਹੈਗਾ। ਸੋ ਇਹਨਾਂ ਦੇ ਉੱਤੇ ਧਿਆਨ ਨਹੀਂ ਦੇਣਾ ਚਾਹੀਦਾ। ਚੰਗਾ ਸੁਪਨਾ ਚੰਗਾ ਹੈਗਾ, ਮਾੜਾ ਹੈਗਾ ਭੁੱਲ ਜਾਓ, ਆਪਾਂ ਕੀ ਲੈਣਾ ਹੈਗਾ। ਸੁਪਨਾ ਸੱਚ ਨਹੀਂ ਹੁੰਦਾ। ਇਹ ਸਿਰਫ ਪ੍ਰਭਾਵ ਹੈ ਤੁਹਾਨੂੰ ਯਾਦ ਦਿਲਾਉਣ ਵਾਸਤੇ ਕਿ ਚੰਗੇ ਪ੍ਰਭਾਵ ਹੈ ਕਿ ਮਾੜੇ ਪ੍ਰਭਾਵ ਹੈ ਜਿਹੜੇ ਤੁਹਾਡੇ ਮਨ ਵਿੱਚ ਪਏ ਹੋਏ ਆ। ਅਤੇ ਮੇਰਾ ਦੂਸਰਾ ਪ੍ਰਸ਼ਨ ਇਹ ਹੈ ਕਿ ਕਈ ਵਾਰ ਮਾਂ ਬਾਪ ਸਾਡੇ ਮੰਮੀ ਪਾਪਾ ਕਹਿੰਦੇ ਕਿ ਤੁਸੀਂ ਸਾਡੇ ਨਾਲ ਪਿਆਰ ਨਹੀਂ ਕਰਦੇ, ਅਤੇ ਸਤਸੰਗ 'ਚ ਸਾਨੂੰ ਕਿਹਾ ਜਾਂਦਾ ਕਿ ਮੋਹ 'ਚ ਨਹੀਂ ਪੈਣਾ ਚਾਹੀਦਾ ਕਿਸੇ ਦੇ ਵੀ, ਚਾਹੇ ਰਿਸ਼ਤੇਦਾਰ ਹੈ। ਤਾਂ ਅਸੀਂ ਰਿਸ਼ਤੇਦਾਰ ਦੇ ਵੀ ਮਤਲਬ ਮੋਹ 'ਚ ਨਹੀਂ ਪੈਣਾ ਚਾਹੁੰਦਾ। ਮੈਂ ਵੀ ਘੱਟ ਹੀ ਕਰਨਾ ਚਾਹੁੰਦਾ ਹਾਂ। ਮੈਨੂੰ ਇਹ ਦੱਸੋ ਬੇਟਾ, ਪਿਆਰ ਤੋਂ ਬਗੈਰ ਕੋਈ ਕੰਮ ਹੋ ਸਕਦਾ? ਜੀ ਠੀਕ ਹੈ ਨਾ। ਆਪਾਂ ਬੇਟਾ ਪਿਆਰ ਦਾ ਦਾਇਰਾ ਛੋਟਾ ਕਰ ਲਿਆ, ਇਸ ਕਰਕੇ ਉਹ ਮੋਹ ਬਣ ਜਾਂਦਾ ਹੈਗਾ। ਜੇ ਪਿਆਰ ਦਾ ਦਾਇਰਾ ਆਪਾਂ ਵੱਡਾ ਕਰਾਂਗੇ ਨਾ, ਸਭ ਕੁਛ ਸਮਝ ਤਾਂ ਹੈ ਹੀ ਪਿਆਰ ਬੇਟਾ। ਮਾਲਿਕ ਨੂੰ ਵੀ ਆਪਾਂ ਪਿਆਰ ਕਰਨਾ ਹੈ ਤਾਂ ਉਹਦੀ ਸੰਗਤ ਦੇ ਜ਼ਰੀਏ ਹੀ ਉਹਨੂੰ ਪਿਆਰ ਕਰਨਾ, ਕਿਉਂਕਿ ਮਾਲਿਕ ਨੂੰ ਤਾਂ ਆਪਾਂ ਦੇਖਿਆ ਨਹੀਂਗਾ। ਸੋ ਇਸ ਕਰਕੇ ਬੇਟਾ ਜਦੋਂ ਉਹਦਾ ਦਾਇਰਾ ਛੋਟਾ ਕਰ ਲੈਂਦੇ ਹੈ ਤਾਂ ਉਹ ਬੋਝ ਬਣ ਜਾਂਦਾ ਹੈ। ਤਾਂ ਜੇ ਆਪਾਂ ਦਾਇਰਾ ਖੁੱਲ੍ਹਾ ਰੱਖਾਂਗੇ ਫਿਰ ਨਹੀਂ ਬੋਝ ਬਣਨਾ ਬੇਟਾ। ਬਾਬਾ ਜੀ, ਸਿਮਰਨ ਤੇ ਹੁੰਦਾ ਵਾ, ਸਿਮਰਨ ਤੇ ਸਵੇਰੇ ਸ਼ਾਮ ਕਰੀਦਾ, ਭਜਨ ਦੇ ਉੱਤੇ ਬੈਠਾ ਨਹੀਂ ਜਾਂਦਾ ਬਾਬਾ ਜੀ, ਪੈਰਾਂ ਭਾਰ ਬੈਠਾ ਨਹੀਂ ਜਾਂਦਾ। ਨਹੀਂ ਭਾਈ ਸਾਹਿਬ, ਪੈਰਾਂ ਭਾਰ ਨਹੀਂ ਬੈਠਿਆ ਜਾਂਦਾ। ਤਾਂ ਜਿਵੇਂ ਆਪਾਂ ਚੌਂਕੜੀ ਲਗਾ ਕੇ ਬੈਠੇ ਹਾਂ, ਅੱਗੇ ਸਰਾਣੇ ਜਾਂ ਕੁਛ ਚੀਜ਼ ਰੱਖ ਲਓ, ਉਹਦੇ ਉੱਤੇ ਬਾਹਾਂ ਨੂੰ ਕਰ ਲਓ, ਮਗਰ ਹੈ ਤਾਂ ਸਾਰਾ ਕੁਛ ਸ਼ਬਦ ਨਾ। ਹਾਂਜੀ ਹਾਂਜੀ। ਸਿਮਰਨ ਤਾਂ ਸਿਰਫ ਤਿਆਰੀ ਹੈ। ਅਤੇ ਜੇ ਆਪਾਂ ਤਿਆਰੀ ਕਰਕੇ ਮਨ ਨੂੰ ਸ਼ਬਦ ਦੇ ਨਾਲ ਨਹੀਂ ਜੋੜਿਆ ਤਾਂ ਫਿਰ ਤਾਂ ਗੱਲ ਨਹੀਂ ਨਾ ਬਣੀ ਆਪਣੀ। ਸੋ ਹੈ ਸਭ ਕੁਛ ਸ਼ਬਦ। ਸੋ ਸਿਮਰਨ ਦੇ ਨਾਲ ਜ਼ਰੂਰ ਭਜਨ ਦੇ ਉੱਤੇ ਬਹਿਣਾ ਹੈਗਾ।
ਆਸਣ ਤੁਸੀਂ ਦੇਖ ਲਓ ਕਿਹੜਾ ਤੁਹਾਨੂੰ ਠੀਕ ਲੱਗਦਾ ਹੈ, ਮਗਰ ਬੈਠੋ ਜ਼ਰੂਰ। ਬਾਬਾ ਜੀ ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਭਜਨ ਸਿਮਰਨ ਕਰਦੇ ਸਮੇਂ ਜੇ ਘਬਰਾਹਟ ਜਾਂ ਡਰ ਲੱਗਦਾ ਹੋਵੇ ਫਿਰ ਕੀ ਕਰਨਾ ਚਾਹੀਦਾ? ਕਾਹਨੂੰ ਡਰਦੇ ਆ ਬੇਟਾ? ਆਪਾਂ ਜਦੋਂ ਬੇਟਾ ਪਿਆਰ ਕਰਦੇ ਕਦੇ ਕੋਈ ਡਰਦਾ ਹੈ? ਇਹ ਤਾਂ ਆਪਣਾ ਮਾਲਕ ਦੇ ਨਾਲ ਰਿਸ਼ਤਾ ਜੋੜ ਰਹੇ ਹੈ, ਮਾਲਕ ਦਾ ਸ਼ੁਕਰ ਕਰ ਰਹੇ ਹਾਂ ਬੇਟਾ, ਤੇ ਡਰਨਾ ਕਾਹਨੂੰ ਚਾਹੀਦਾ ਸਾਨੂੰ? ਇਹ ਬੇਟਾ ਮਨ ਡਰਾਵੇ ਦਿੰਦਾ ਸਾਨੂੰ ਉਠਾਉਣ ਵਾਸਤੇ। ਮਨ ਤਾਕਤ ਨਹੀਂ, ਮਨ ਸਿਰਫ ਪ੍ਰਭਾਵ ਤੁਹਾਡੇ ਅੱਗੇ ਰੱਖ ਸਕਦਾ। ਅਸੀਂ ਉਹਨਾਂ ਪ੍ਰਭਾਵਾਂ ਨੂੰ ਦੇਖ ਕੇ ਡਰ ਜਾਂਦੇ ਹਾਂ, ਉੱਠ ਜਾਂਦੇ ਹਾਂ। ਹੋਣਾ ਤਾਂ ਕੁਛ ਨਹੀਂ ਗਾ। ਬਾਬਾ ਜੀ ਦੂਜਾ ਕੁਐਸਚਨ ਇਹ ਹੈ ਕਿ ਸੇਵਾ ਤੇ ਭਜਨ ਸਿਮਰਨ ਦੇ ਵਿੱਚ ਜੇ ਆਪਾਂ ਨੂੰ ਜਿੱਦਾਂ ਤੁਸੀਂ ਭਜਨ ਸਿਮਰਨ ਕਰਨ ਨੂੰ ਕਹਿੰਦੇ ਹਰ ਵਾਰ, ਪਰ ਆਪਣੇ ਜਥੇਦਾਰ ਜਾਂ ਇੰਚਾਰਜ ਸਾਹਿਬ ਕਹਿੰਦੇ ਆ ਤੁਹਾਡਾ ਹੁਕਮ ਆਇਆ ਸੇਵਾ 'ਚ ਚੱਲੋ। ਭਜਨ ਸਿਮਰਨ ਸਭ ਤੋਂ ਪਹਿਲਾਂ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਬੇਟਾ, ਬਾਹਰਲੀ ਸੇਵਾ ਤਾਂ ਮਾਹੌਲ ਬਣਾਉਣ ਵਾਸਤੇ ਹੈ। ਸਹੀ ਸੇਵਾ ਇਹ ਸੇਵਾ ਚਾਕਰੀ ਨਾਮ ਵਸੇ ਮਨ ਆਏ, ਸਭ ਤੋਂ ਵੱਡੀ ਤਾਂ ਉਹ ਸੇਵਾ ਹੈ ਨਾ ਬੇਟਾ। ਠੀਕ ਹੈ ਭਾਈ, ਸ਼ੁਕਰੀਆ। ਜਥੇਦਾਰ ਨੇ ਤਾਂ ਆਪਣੀ ਕਾਰਵਾਈ ਪੂਰੀ ਕਰਨੀ ਹੈ ਨਾ। हाँ शुक्रिया बाबा जी, धन्यवाद सारे को सब कुछ लिए धन्यवाद जी। बाबा जी मेरा पहला क्वेश्चन है कि मैंने लाइफ में बड़ी गलतियां करी है, उसके लिए मैं माफ़ी मांगती हूँ। नहीं बेटा देखो, आप इस गलत फहमी में मत रहें कि कोई यहाँ खड़ा होकर माफ़ी मांगेगा तो माफ़ी मिल जाएगी और कर्म ख़त्म हो जाएंगे। कर्मों का जो कानून है वो अटल है, जैसी करनी वैसी भरनी। माफ़ी सच्ची वो होती है बेटा जहाँ हमें एहसास हो कि गलती हो गई और हम उसको संवारने की कोशिश करें और सही रास्ता अपनाएं, वो सच्ची माफ़ी है बेटा। अब यहाँ खड़े हो के आप कुछ कहेंगी, मैं वापस जवाब दे दूँगा, मगर इसके साथ कर्म ख़त्म नहीं होंगे। गुरु का मकसद ये नहीं होता कि एक भरम से दूसरे भरम में ले जाए। गुरु का मकसद है कि आपको सच का एहसास दिलाए, और सच यही है, कर्मों आपको अपनी के नेड़े के दूर। और बाबा जी आपकी दया मेरे चाहिए फैमिली पे और संगत पे। आप अपनी तरफ से मेहनत करें, बाकी मालिक के ऊपर छोड़ें। जी कहते हैं भजन सिमरन और सेवा करो जी। तो भजन सिमरन सेवा में जब लगते हैं तो घर परिवार पीछे पड़ जाते हैं जो। तो बेटा मैंने अभी बेनती की ना कि 24 घंटे हैं दिन में। हाँ जी। आप 24 घंटे बहुत हैं कि आप सभी को आप वक़्त दें। ये इंसान है जो एक तरफा हो जाता है, अगर कमाई में लगा है वो परिवार को भूल के बैठ जाता है, रिश्तों में जुड़ा हुआ है उनको देख के सब कुछ भूल के बैठ जाता है। हाँ जी। अब एक तरफा हो गए तो फिर तो रिएक्शन होगा, फिर तो घर में लड़ाई झगड़ा पड़ेगा। तो इसलिए बैलेंस रखें कि काम को भी वक़्त दें, परिवार को भी वक़्त दें और भजन सिमरन को भी वक़्त दें। ये तो कहीं नहीं किसी ने कहा कि भाई 24 घंटे आप सिर्फ सेवा ही करते रहो। ਬਾਬਾ ਜੀ ਜਿਵੇਂ ਆਪਾਂ ਕਿਸੇ ਦੇ ਪਾਰਟੀ ਜਾਂ ਕਿਤੇ ਵੀ ਬੈਠੇ ਹੋਈਏ ਕੰਟਰੀਬਿਊਟ ਨਾ ਕਰੀਏ ਤਾਂ ਜੇ ਆਪਾਂ ਉਹਨਾਂ ਤੋਂ ਖਾਈਏ ਤਾਂ ਆਪਣੇ ਕਰਮ ਬਣਨਗੇ ਜਾਂ ਨਹੀਂ? बेटा दुनिया च मुफ्त ਤਾਂ ਕੋਈ ਵੀ ਚੀਜ਼ ਨਹੀਂ ਗੀ। ਜ਼ਰੂਰੀ ਨਹੀਂ ਗਾ ਕਿ ਉਸੇ ਵਕਤ ਆਪਾਂ ਕਰੀਏ। ਅੱਜ ਉਹ ਤੁਹਾਨੂੰ ਖਾਣੇ ਤੇ ਲੈ ਗਿਆ, ਕੱਲ ਨੂੰ ਤੁਸੀਂ ਉਹਨੂੰ ਲੈ ਜਾਓ। ਤੇ ਬਾਬਾ ਜੀ ਦਰਸ਼ਨ ਤੇ ਦੀਦਾਰ 'ਚ ਕੀ ਫਰਕ ਹੈ? ਹੈਂ? ਦਰਸ਼ਨ ਤੇ ਦੀਦਾਰ 'ਚ ਕੀ ਫਰਕ ਹੈ? ਤੁਸੀਂ ਦੱਸੋ ਮੈਨੂੰ, ਇਹ ਮੇਰਾ ਇਮਤਿਹਾਨ ਕਾਹਨੂੰ ਲੈਂਦਾ ਤੂੰ? ਇੱਕ ਉਰਦੂ ਦਾ ਲਫ਼ਜ਼ ਹੈ, ਇੱਕ ਪੰਜਾਬੀ ਦਾ, ਹੋਰ ਕੀ ਫਰਕ ਹੈ? ਹੈਂ? ਬਾਬਾ ਜੀ ਬਹੁਤ ਬਹੁਤ ਥੈਂਕ ਯੂ, ਤੁਸੀਂ ਮੈਨੂੰ ਇੰਨਾ ਵਧੀਆ ਮੌਕਾ ਦਿੱਤਾ ਤੇ ਸਾਰੀ ਫੈਮਿਲੀ ਫਰੈਂਡਸ ਦਿੱਤੇ ਇੰਨੇ ਵਧੀਆ, ਬਹੁਤ ਬਹੁਤ ਥੈਂਕ ਯੂ। ਕਿੰਨਾ ਸੋਹਣਾ ਤੁਹਾਨੂੰ ਹਜ਼ੂਰ ਨੇ ਬਣਾਇਆ, ਦਿਲ ਕਰੇ ਦੇਖਦਾ ਰਹਾਂ। ਸਿੱਖਿਆ ਕਿਸੇ ਹੋਰ ਵਾਸਤੇ ਹੈ ਨਾ। ਬਹੁਤ ਬਹੁਤ ਥੈਂਕ ਯੂ ਤੁਹਾਡਾ, ਬਹੁਤ ਬਹੁਤ ਸੇਵਾ ਤੇ ਲਾਈ ਰੱਖਿਓ ਬਾਬਾ ਜੀ ਇਸ ਤਰ੍ਹਾਂ ਹੀ। ਤੁਸੀਂ ਵੀ ਇਸ ਤਰ੍ਹਾਂ ਹੱਸਦੇ ਰਿਹਾ ਕਰੋ ਸਾਰੇ। बाबा जी मेरा क्वेश्चन ये है कि मैं भजन में बैठता हूँ तो मुझे आपका रूप याद नहीं रहता, भूल जाता हूँ बाबा जी। नहीं बेटा, भूलने की बात नहीं है, ध्यान हमारे बस की बात नहीं है। ध्यान अपने आप आएगा, हम सिर्फ सिमरन कर सकते। तो इसलिए आप सिमरन पे ध्यान रखें, जैसे जैसे एकाग्रता आएगी अपने आप ध्यान आएगा। बाबा जी मेरा दूसरा क्वेश्चन ये है कि मैं जॉबलेस हूँ अभी, तो मैं मेरे भाइयों की कमाई पे अभी हूँ, तो क्या ये सही है? कोई ना बेटा, जैसे जैसे आगे जाके नौकरी मिलेगी जो भी आपने लिया है वापस कर सकते हैं।
करे मालिक। बाबा जी, मेरा पहला सवाल कर्मों के बारे में है कि जो कर्म हमारे जो हम फिज़िकली कर रहे होते हैं, अगर वो हम सिमरन करते हुए करें तो वो कर्म हमारे लेखे में नहीं लिखे जाते क्या? और क्या वो कर्म सेवा है, सेवा का पार्ट है? बेटा कर्म तो सब लिखा जाएगा, चाहे अच्छा है बुरा है वो तो लिखा जाएगा बेटा। चाहे आप सिमरन करो ना करो, ये कर्मों का हिसाब किताब ख़त्म करने का एक ही ज़रिया है, वो जो शब्द है। शब्द कर्म की रेख कटाए, शब्द शब्द से जाई मिलाए। बाकी तो सेवा करते हैं वातावरण बनाने के लिए बेटा। वातावरण बनेगा तो वो भजन सिमरन करके उस शब्द के साथ जुड़ेंगे बेटा। बाबा जी, मेरा दूसरा सवाल है कि बाबा जी, मैं भजन सिमरन में आगे बढ़ने से बहुत डरती, डर लगता है। प्लीज़ आप दया हम करें। क्यों डरते हैं बेटा? आपने सुना है कोई कर। भजन सिमरन करता करता पूरा हो गया? इससे बेहतर मौत नहीं हो सकती। मगर कोई भजन सिमरन करता मरता नहीं है। तो ये मन का बहकावा है और कुछ नहीं है, आप मत डरें। कॉन्शियसनेस जब ऊपर चढ़ती है तो डर लगता है, अंधेरे से मेहर करे, दया करे। ये तो अच्छी बात है बेटा। मालिक, जब हम मालिक के साथ रिश्ता जोड़ने की कोशिश में लगे हुए हैं तो क्यों डरना चाहिए? डरना तो संसार से चाहिए, डरना तो इन लोगों से चाहिए। मालिक से क्यों डरती हैं? आप होते हैं उस वक्त मेरे साथ। आप क्या समझती हैं? होते। तो फिर थैंक यू। Thank you, Babaji. Thank you so much for everything. आप मुझे यहाँ लाए, आपने इतनी रियलाइजेशन दी बाबाजी, थैंक यू। बेटा थैंक यू लफ्ज़ों के साथ नहीं, करनी के साथ बेटा। अपनी करनी में उसका शुक्र करें, उसने किसी चीज़ की कमी नहीं रहने देनी। लफ्ज़ों के दायरे में मत लाएं इन चीज़ों को। I can't live without you now. प्लीज मुझे टोटल सरेंडर करवा दो, मैं पूर्ण रूप से बस आपकी हो जाऊँ बाबाजी। बेटा वो हर एक चीज़ का एक ज़रिया होता है ना। हमने जो कुछ भी मालिक से लेना है वो भजन सिमरन के ज़रिए लेना है। तो अगर हम अपने मन को भजन सिमरन में चैनलाइज करेंगे, वो किसी चीज़ की भी कमी नहीं छोड़ेगा बेटा। बना दो। I'm a big zero बाबाजी, big zero. I'm totally dependent on you. बेटा ज़ीरो नहीं कोई होता। अगर ज़ीरो होते तो उसने इंसान के जामे में जन्म भी नहीं देना था, फिर हमें कोई जानवर या पक्षी बना देता। अगर इंसान का जामा बख्शा है तो इसका मतलब हमारे में वो कैपेसिटी है निभाने की, करने की। हमने सिर्फ उसको रियलाइज़ करना है। सो ऐसे मत समझें, अपनी तरफ से मेहनत करें और बाकी वो बख्शिश करेंगे। राधा स्वामी सत्संग व्यास से जुड़ी हर अपडेट पाने के लिए हमारे चैनल को अभी सब्सक्राइब करें, वीडियो को अधिक से अधिक लाइक एंड शेयर भी करें।